औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। जी फस्ट वीडियो 'ਚ ਅਸੀਂ ਦੇਖਿਆ ਕਿ ਫਾਈਲ ਨੂੰ ਬਾਈ ਡਿਫਾਲਟ ਅਸੀਂ ਕਿਸ ਤਰੀਕੇ ਨਾਲ ਐਡ ਕਰਨੇ। ਹੁਣ ਅਸੀਂ ਦੇਖਣਾ ਵੇ ਅਸੀਂ ਸਟਰਕਚਰ ਦੇ ਮੁਤਲਕ ਕਿਹੜੀ ਇਨਫੋਰਮੇਸ਼ਨ ਸਾਡੇ ਕੋਲ ਪਹਿਲਾਂ ਹੋਵੇ ਤਾਂ ਕਿ ਅਸੀਂ ਉਸ ਇਨਫੋਰਮੇਸ਼ਨ ਦੀ ਬੇਸ ਦੇ ਉੱਪਰ ਅਸੀਂ ਆਪਣਾ ਕੰਮ ਕਰ ਸਕੀਏ। ਠੀਕ ਹੈ, ਦੇਖੋ ਸਟਰਕਚਰ ਵਿੱਚ ਸਿੰਪਲ ਮੋਡੀਫਾਈ ਬੀਮ ਵਾਲ ਕਾਲਮ ਫਲੋਰ, ठीक है, ਇਹ ਸਭ ਸਟਰਕਚਰ ਦੇ ਮੁਤਲਕ ਹੀ ਹੈ। ਠੀਕ ਹੈ ਨਾ, ਤੁਸੀਂ ਜਿਸ ਵਕਤ ਸਟਰਕਚਰ ਦੀ ਮਾਡਲਿੰਗ ਕਰਨੀ ਹੈ ਨਾ, ਇੱਕ ਪ੍ਰੋਜੈਕਟ ਬੇਸਡ ਟ੍ਰੇਨਿੰਗ, ਕੋਈ ਪ੍ਰੋਜੈਕਟ ਹੋਵੇ ਉਹਦੇ ਉੱਪਰ ਟ੍ਰੇਨਿੰਗ ਕਰੀਏ। ਜਿਸ ਤਰ੍ਹਾਂ ਸਾਡੇ ਕੋਲ ਇੱਕ ਪ੍ਰੋਜੈਕਟ ਮੌਜੂਦ ਹੈ। ਠੀਕ ਹੈ, ਇੱਕ ਮੈਂ ਤੁਹਾਨੂੰ ਜਨਰਲ ਆਈਡੀਆ ਦੇ ਰਿਹਾ। ਸਾਡਾ ਫੋਕਸ ਹੈ ਅਸੀਂ ਫਿਲਹਾਲ ਪਹਿਲੇ 10-15-20 ਵੀਡੀਓਜ਼ ਨੇ ਉਹ ਅਸੀਂ ਟੂਲਸ ਦੇ ਮੁਤਲਕ ਵੇਖ ਰਹੇ ਕਿ ਟੂਲਸ ਕਰਦੇ ਕੀ ਨੇ। ਲੇਕਿਨ ਮੈਂ ਤੁਹਾਨੂੰ ਜਨਰਲ ਥੋੜ੍ਹੀ ਇਨਫੋਰਮੇਸ਼ਨ ਦੇ ਰਿਹਾ ਹਾਂ ਕਿ ਜਿਸ ਵਕਤ ਰੈਵਿਟ 'ਤੇ ਤੁਸੀਂ ਕੰਮ ਕਰਨਾ ਹੋਵੇ ਸਮ ਟੂਲ ਦਾ ਤੁਹਾਨੂੰ ਪਤਾ ਚੱਲ ਜਾਵੇਗਾ। ਤੁਹਾਡੇ ਕੋਲ ਬੇਸਿਕ ਡਾਟਾ ਪਿੱਛੇ 2D ਡਾਟਾ ਡਰਾਫਟਿੰਗ ਦਾ ਉਹ ਮੌਜੂਦ ਹੋਣਾ ਚਾਹੀਦਾ ਹੈ। ਉਹ ਚਾਹੇ ਕੈਡ ਦੀ ਸ਼ਕਲ 'ਚ ਹੋਵੇ ਜਾਂ PDF ਦੀ ਸ਼ਕਲ 'ਚ ਹੋਵੇ। ਠੀਕ ਹੈ, ਉਹ ਪੂਰਾ ਇੱਕ ਪ੍ਰੋਜੈਕਟ ਹੋਵੇਗਾ ਜਿਸ ਤਰ੍ਹਾਂ ਕਿ ਇਹ ਪ੍ਰੋਜੈਕਟ ਇੱਕ। ਠੀਕ ਹੈ ਨਾ, ਹੁਣ ਇਸ ਪ੍ਰੋਜੈਕਟ ਨੂੰ ਕਿਉਂਕਿ ਮੇਰੇ ਕੋਲ ਤਾਂ ਕੰਪਲੀਟ ਡਾਟਾ ਮੌਜੂਦ ਹੈ, ਉਹਦਾ ਰੈਫਰੈਂਸ ਮੈਂ ਤੁਹਾਨੂੰ ਇੱਥੇ ਦਿਖਾਉਣ ਲੱਗਾ ਵਾਂ। ਇੱਕ ਐਸਟ ਹੈ ਫਾਇਰ ਰਿਜ਼ਰਵ ਪੰਪ ਸਟੇਸ਼ਨ ਫਾਊਂਡੇਸ਼ਨ ਲੇਆਊਟ ਪਲਾਨ। ਠੀਕ ਹੈ ਨਾ, ਹੁਣ ਡਾਟਾ ਕਿਹੜਾ ਚਾਹੀਦਾ ਹੈ ਮਾਡਲਿੰਗ ਵਾਸਤੇ? ਡਾਟਾ ਮਾਡਲਿੰਗ ਵਾਸਤੇ ਤੁਸੀਂ ਸਮਝਦੇ ਹੋ ਕਿ ਅਸੀਂ ਲੈਵਲਸ ਕ੍ਰੀਏਟ ਕਰ ਲਾਂਗੇ ਵਾਦਾਂ ਲਾ ਕੇ ਤੇ ਮਾਡਲਿੰਗ ਹੋ ਗਈਆਂ। ਬਈ ਇਹ ਤੁਸੀਂ ਟੂਲ ਨੂੰ ਯੂਜ਼ ਕਰ ਰਹੇ ਹੋ, ਜਿਸ ਵਕਤ ਤੁਸੀਂ ਮਾਡਲਿੰਗ ਕਰਨੀ ਹੈ ਟੂਲ ਇਹ ਯੂਜ਼ ਹੋਣਗੇ। ਲੈਵਲਸ ਉਸ ਤਰ੍ਹਾਂ ਹੀ ਲੱਗਣਗੇ ਜਿਸ ਤਰ੍ਹਾਂ ਤੁਸੀਂ ਲਗਾ ਰਹੇ ਹੋ, ਗ੍ਰਿਡਾਂ ਉਸ ਤਰ੍ਹਾਂ ਹੀ ਬਣਨਗੀਆਂ। ਉਹ ਜਿਹੜੀ ਚੀਜ਼ ਮਸਲਾ ਤੁਸੀਂ ਕਰਦੇ ਪਏ ਹੋ ਨਾ, ਉਹ ਟੂਲਸ ਤੋਂ ਇੰਟਰੋਡਿਊਸ ਹੋ ਰਹੇ ਹੋ, ਟੂਲਸ ਤੋਂ ਫੈਮੀਲੀਅਰ ਹੋ ਰਹੇ ਹੋ ਕਿ ਬਈ ਗ੍ਰਿਡ ਐਸਾ ਲੱਗਣਗੇ, ਐਸਾ ਐਨੋਟੇਸ਼ਨ ਹੋਣਗੇ, ਇਸ ਤਰ੍ਹਾਂ। ਹੁਣ ਉਹਦੇ ਪਿੱਛੇ ਜਿਹੜੀ ਪ੍ਰੋਬਲਮ ਹੈ, ਜਿੱਥੇ ਬੰਦੇ ਕਨਫਿਊਜ਼ ਹੁੰਦੇ ਨੇ ਕਿ ਮੈਂ ਇਹਨਾਂ ਨੂੰ ਯੂਜ਼ ਕਿੱਥੇ ਕਰਾਂ, ਉਹਨੂੰ ਯੂਜ਼ ਕਰਨ ਵਾਸਤੇ ਬੈਕਐਂਡ ਦੇ ਇੱਕ ਪੂਰਾ ਪ੍ਰੋਜੈਕਟ ਹੋਣਾ ਚਾਹੀਦਾ ਵੇ। ਹੁਣ ਉਸ ਪ੍ਰੋਜੈਕਟ ਦੇ ਵਿੱਚ ਕਿਹੜੀ ਚੀਜ਼ ਹੋਣੀ ਚਾਹੀਦੀ ਹੈ। ਅਗਰ ਆਰਕੀਟੈਕਚਰ ਮਾਡਲਿੰਗ ਕਰ ਰਹੇ ਹੋ ਤੇ ਆਰਕੀਟੈਕਚਰ ਦੇ ਪਲਾਨ, ਉਹਨਾਂ ਦੀ ਡਿਟੇਲਾਂ ਪੂਰੀਆਂ ਹੋਣੀਆਂ ਚਾਹੀਦੀਆਂ ਮੌਜੂਦ। ਅਗਰ ਸਟਰਕਚਰ ਦੀ ਮਾਡਲਿੰਗ ਕਰ ਰਹੇ ਹੋ ਤੇ ਸਟਰਕਚਰ ਦਾ ਪੂਰਾ ਡਾਟਾ ਹੋਣਾ ਚਾਹੀਦਾ। ਹੋ ਸਕਦਾ ਵੀ ਤੁਸੀਂ ਐਜ ਏ ਬਿਮ ਮਾਡਲਰ ਜਾਓ, ਠੀਕ ਹੈ, 2-3 ਮਾਡਲਿੰਗ ਵਾਸਤੇ ਬੰਦੇ ਬੈਠੇ ਹੋਏ ਹੋ। ਕੋਈ ਕਹਿ ਰਿਹਾ ਹੋਵੇਗਾ ਤੁਸੀਂ ਬੀਮ ਦੀ ਮਾਡਲਿੰਗ ਕਰ ਲਓ, ਕੋਈ ਕਹਿ ਰਿਹਾ ਹੋਵੇਗਾ ਤੁਸੀਂ ਰਾਫਟ ਦੀ ਕਰ ਲਓ। ਐਸਾ ਹੁੰਦਾ ਨਹੀਂ ਹੈ ਕਿ ਮੈਂ ਵੀ ਕਰ ਰਿਹਾ। ਹੁਣ ਰਾਫਟ ਵਾਲੇ ਬੰਦੇ ਨੂੰ ਕਾਲਮ ਤਾਂ ਨਹੀਂ ਚਾਹੀਦੇ, ਰਾਫਟ ਦੀ ਡਿਟੇਲ ਚਾਹੀਦੀ ਹੈ। ਨੰਬਰ 1 ਡਿਟੇਲ ਚਾਹੀਦੀ ਹੈ, ਨੰਬਰ 2 ਕਿਆ ਉਹ ਡਰਾਇੰਗ ਅਪਰੂਵਡ ਕਿ ਨਹੀਂ ਅਪਰੂਵਡ, ਉਹਦਾ ਡਾਇਮੈਂਸ਼ਨਲ ਪਲਾਨ, ਉਹਦਾ ਸੈਕਸ਼ਨ। ਲਿਹਾਜ਼ਾ ਮਾਡਲਿੰਗ ਕਰਨ ਤੋਂ ਪਹਿਲਾਂ ਉਹ ਪੂਰਾ ਡਾਟਾ ਜਿਹੜਾ ਹੈ ਨਾ ਤੁਸੀਂ ਉਹ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰ ਲੈਣਾ ਵੇ। ਠੀਕ ਹੈ, ਬਈ ਮਿਸਾਲ ਦੇ ਤੌਰ 'ਤੇ ਉਹ ਕੀ ਕਹਿ ਰਹੇ ਥੇ, ਫਾਇਰ ਰਿਜ਼ਰਵ ਪੰਪ ਸਟੇਸ਼ਨ ਫਾਊਂਡੇਸ਼ਨ ਲੇਆਊਟ ਪਲਾਨ। ਇਹ ਕੋਈ ਫਾਊਂਡੇਸ਼ਨ ਦਾ ਲੇਆਊਟ ਪਲਾਨ ਹੈ, ਅਦਰ ਇਨਫੋਰਸਮੈਂਟ ਪਲਾਨ ਹੈਗਾ। ਇਹ ਕਹਿ ਰਿਹਾ ਐਸ ਗਰਾਊਂਡ ਫਲੋਰ ਦਾ ਲੇਆਊਟ ਹੈ। ਠੀਕ ਹੈ, ਇਹ ਡਰਾਇੰਗਾਂ ਦੇ ਨੰਬਰ ਨੇ। ਠੀਕ ਹੈ, ਇਹ ਰੂਫ ਦਾ ਲੇਆਊਟ ਐਂਡ ਰੇਨਫੋਰਸਮੈਂਟ। ਠੀਕ ਹੈ, ਇਹ ਲੋਡਿੰਗ ਪਲਾਨ। ਯਾਨੀ ਗੱਲ ਕਰਨ ਦਾ ਮਕਸਦ ਇਹ ਕਿ ਇਹ ਪੂਰਾ ਡਿਟੇਲ ਹੈ ਮੇਰੇ ਕੋਲ ਡਰਾਇੰਗਾਂ ਦੀ, ਮੈਨੇਜ ਕੀਤੀ ਹੋਈ ਹੈ ਜਾਂ ਮੈਂ ਕਿਤੋਂ ਲੈ ਲਈ ਹੈ, ਵਟ ਐਵਰ ਜੋ ਵੀ ਹੈ। ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣਾ ਉਸ ਪਲਾਨ ਨੂੰ, ਉਹ ਇਹ ਫਾਈਲਾਂ ਨੂੰ ਅਗਰ PDF ਦੀ ਸ਼ਕਲ 'ਚ ਨੇ ਜਾਂ ਕੈਡ ਦੀ ਸ਼ਕਲ 'ਚ ਪ੍ਰੋਪਰ ਮੈਨੇਜ ਕਰ ਲੈਣਾ ਵੇ, ਰੱਖਣਾ ਵੇ ਕੱਢ ਕੇ। ਹੁਣ ਮੇਰੇ ਕੋਲ ਬੇਸ਼ੁਮਾਰ ਫਾਈਲਾਂ ਪਈਆਂ ਹਨ। ਠੀਕ ਹੈ ਨਾ, ਇੱਥੇ ਮੈਨੂੰ ਇਹਨਾਂ ਫਾਈਲਾਂ ਦਾ ਪਤਾ ਨਹੀਂ ਚੱਲ ਰਿਹਾ, ਮੈਂ ਕਨਫਿਊਜ਼ ਹੋ ਰਿਹਾ ਕਿ ਮੈਂ ਕਿਹੜੀ ਫਾਈਲ ਕਿੱਥੋਂ ਲੈਣੀ ਹੈ। ਠੀਕ ਹੈ, ਨੰਬਰ 1 ਇੱਕ ਬੜਾ ਮੇਨ ਪੁਆਇੰਟ ਹੈ ਕਿ ਇਹ ਦੇਖੋ R0900 ਇਹ ਕੀ ਚੀਜ਼ ਹੈ। ਜਿਸ ਟਾਈਮ ਅਸੀਂ ਕੰਮ ਕਰ ਰਹੇ ਹਾਂ ਕੈਡ ਦੇ ਵਿੱਚ ਅਸੀਂ ਐਸਾ ਨਹੀਂ ਨੰਬਰ ਲਗਾਉਂਦੇ, ਅਸੀਂ ਲਗਾ ਲੈਂਦੇ ਹਾਂ ਸਰਫੇਸ ਪਲਾਨ 01 ਜੋ ਵੀ ਹੈਗਾ। ਇਹ ਕੀ ਚੀਜ਼ ਹੈ, ਇਹ ਵਾਲਾ ਜਿਹੜੀ ਵੈਲਿਊਜ਼ ਲਿਖੀਆਂ ਹੋਈਆਂ ਨੇ, ਇਹਨਾਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ, ਇਹਦਾ ਕੀ ਮਤਲਬ ਕੀ ਹੈ। ਅਗਰ ਤੁਸੀਂ ਐਜ਼ ਏ ਬਿਮ ਮਾਡਲਰ ਕਿਤੇ ਜਾਂਦੇ ਹੋ, ਤੁਹਾਡੇ ਕੋਲ ਇਸ ਚੀਜ਼ ਦਾ ਕੁਐਸਚਨ ਹੋ ਸਕਦਾ ਵੇ। ਇਹ ਇੱਕ ਬਿਮ ਦਾ ਸਟੈਂਡਰਡ ਵੇ। ਠੀਕ ਹੈ, ਇਹਨੂੰ ਕਹਿੰਦੇ ਨੇ ਨੇਮਿੰਗ ਕਨਵੈਨਸ਼ਨ। ਕੀ ਕਹਿੰਦੇ ਨੇ? ਨੇਮਿੰਗ ਕਨਵੈਨਸ਼ਨ। ਮਸਲਨ R09 ਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ, ਇਹਦਾ ਕੁਝ ਮਤਲਬ ਹੈ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ। ਫਿਲਹਾਲ ਵਾਸਤੇ ਸਾਡੇ ਕੋਲ ਇੱਕ ਚੀਜ਼ ਇਹ ਆ ਗਈ ਕਿ ਸਾਡੇ ਕੋਲ ਇਹ ਪੂਰਾ ਇੱਕ ਸਟਰਕਚਰ ਆ ਗਿਆ ਫਾਈਲਾਂ ਦਾ।
ਠੀਕ ਹੈ। ਹੁਣ ਇਹਨਾਂ ਫਾਈਲਾਂ ਦੇ ਵਿੱਚੋਂ ਮੈਨੂੰ ਪਤਾ ਨਹੀਂ ਚੱਲ ਰਿਹਾ ਕੀ ਨੇ, ਠੀਕ ਹੈ। ਮੈਂ ਚੂँਕਿ ਐਕਸਲ 'ਚ ਮੈਨੇਜ ਕੀਤੀਆਂ ਹੋਈਆਂ ਨੇ, ਠੀਕ ਹੈ। ਲਿਹਾਜ਼ਾ ਤੁਸੀਂ ਜਿਸ ਟਾਈਮ ਕੰਮ ਕਰਨਾ ਵੇ, ਤੁਹਾਡੇ ਕੋਲ ਜਿਸ ਟਾਈਮ ਕੋਈ ਫਾਈਲਾਂ ਦੀ CD ਆਉਂਦੀ ਹੈ, USB ਆਉਂਦੀ ਹੈ 10 GB ਦਾ ਡਾਟਾ, ਸਭ ਤੋਂ ਪਹਿਲਾਂ ਆਪਣੀਆਂ CAD ਦੀਆਂ ਫਾਈਲਾਂ ਖੋਲ੍ਹ ਕੇ 1 by 1 ਅਗਰ ਤੁਹਾਨੂੰ ਲੌਗ ਮਿਲ ਜਾਵੇ ਕੰਪਨੀ ਦੀ ਤਰਫੋਂ ਤਾਂ ਵੈਲ ਐਂਡ ਗੁੱਡ। ਅਗਰ ਨਹੀਂ ਮਿਲਦਾ ਤਾਂ ਇੱਕ ਲੌਗ ਪ੍ਰੀਪੇਅਰ ਕਰਨਾ ਪਏਗਾ ਜਿਹਦੇ ਵਿੱਚ ਤੁਹਾਨੂੰ ਪਤਾ ਹੋਵੇ ਕਿ ਜਿਹੜੀ ਆਜ 101 ਫਾਈਲ ਹੈ ਇਹ ਕਾਹਦੇ ਕਿੱਥੇ ਯੂਜ਼ ਹੋਣੀ ਹੈ, ਠੀਕ ਹੈ। 102 ਹੈ ਇਹ ਕਾਹਦੇ ਵਾਸਤੇ ਹੈ, ਉਹਨੂੰ 1 by 1 ਨੂੰ ਇਸ ਤਰ੍ਹਾਂ ਖੋਲ੍ਹਣਾ, ਖੋਲ੍ਹ ਕੇ ਤੁਸੀਂ ਵੇਖਣਾ ਵੇ ਉਹ ਕੀ ਕਹਿ ਰਿਹਾ ਵੇ। ਉਹਦੇ ਲੈਫਟ ਰਾਈਟ ਬਾਟਮ ਦੇ ਉੱਤੇ ਉਹਦੀ ਡਿਟੇਲ ਮੌਜੂਦ ਹੋਵੇਗੀ ਕਿ ਇਹ ਕੀ ਚੀਜ਼ ਹੈ। ਫਾਇਰ ਰਿਜ਼ਰਵੇਸ਼ਨ ਪੰਪਿੰਗ ਸਟੇਸ਼ਨ ਗਰਾਊਂਡ ਫਲੋਰ ਲੇਆਊਟ ਪਲਾਨ 101। ਐਕਸਲ ਦੇ ਵਿੱਚ ਕੀ ਕਹਿ ਰਿਹਾ ਉਹ 101, ਠੀਕ ਹੈ, ਉਹੀ ਕਹਿ ਰਿਹਾ 101 ਸੌਰੀ 1 ਐਵੇ ਮਾਡਲ ਹੈ, ਇਹ ਮਾਡਲ ਦੀ ਫਾਈਲ ਹੈ 101, ਠੀਕ ਹੈ। CAD ਡਰਾਇੰਗ ਨੰਬਰ ਹੈ 102, ਠੀਕ ਹੈ 02, ਠੀਕ ਹੈ ਨਾ। ਇਹ ਸਾਡੇ ਕੋਲ ਇਨਫੋਰਮੇਸ਼ਨ ਆ ਗਈ। ਇਹ ਇਨਫੋਰਮੇਸ਼ਨ ਕਿਹਦੇ ਵਾਸਤੇ ਚਾਹੀਦੀ ਹੈ, ਜਿਸ ਟਾਈਮ ਤੁਸੀਂ ਮਾਡਲਿੰਗ ਸਟਾਰਟ ਕਰਨੀ ਹੈ। ਮਾਡਲਿੰਗ ਤੋਂ ਪਹਿਲੇ ਤੁਸੀਂ ਆਪਣਾ ਡਾਟਾ ਇਸ ਤਰੀਕੇ ਨਾਲ ਪ੍ਰੀਪੇਅਰ ਕਰ ਲੈਣਾ, ਇਹ ਕੰਪਲਸਰੀ ਚੀਜ਼ ਹੈ। ਅਗਰ ਇਹ ਨਹੀਂ ਕਰੋਗੇ ਤਾਂ ਰੈਵਟ ਦੇ ਵਿੱਚ ਤੁਸੀਂ ਜਾ ਕੇ ਤੰਗ ਹੋਵੋਗੇ, ਕਿਉਂਕਿ ਰੈਵਟ ਨੇ ਡਿਟੇਲ ਲੈਣੀ ਹੈ, ਉਹਨੂੰ ਮੈਨੂੰ ਗ੍ਰਿਡਸ ਦਿਓ, ਗ੍ਰਿਡਸ ਬਣਾਓ, ਲੈਵਲਸ ਲਗਾਓ ਵਗੈਰਾ ਵਗੈਰਾ, ਠੀਕ ਹੈ। ਤੁਹਾਨੂੰ ਇਨਫੋਰਮੇਸ਼ਨ ਦੇਣੀ ਪੈਣੀ। ਅਗਰ ਤਾਂ ਖਾਲੀ ਟੂਲ ਲਗਾਉਣੇ ਫਿਰ ਤਾਂ ਕੋਈ ਮਸਲਾ ਨਹੀਂ, ਫਿਰ ਤਾਂ ਜਾਵਾਂਗੇ ਇੱਥੇ GR, ਠੀਕ ਹੈ, ਗ੍ਰਿਡਸ ਲਾਣੇ ਸ਼ੁਰੂ ਕਰ ਦੇਣ, ਗ੍ਰਿਡ ਲੱਗਣ ਲੱਗ ਪੈਣਗੇ, ਠੀਕ ਹੈ। ਐਲੋ ਗ੍ਰਿਡ ਲੱਗਣ ਲੱਗ ਪਏ, ਠੀਕ ਹੈ, ਐਲੋ ਗ੍ਰਿਡ ਲੱਗਣ ਲੱਗ ਪਏ, ਠੀਕ ਹੈ। ਬਸ ਇਹ ਤਾਂ ਮੈਂ ਟੂਲਸ ਨੂੰ ਯੂਜ਼ ਕਰ ਰਿਹਾ, ਇੱਕ ਟੂਲ ਯੂਜ਼ ਹੋ ਰਿਹਾ ਵੇ, ਠੀਕ ਹੈ ਨਾ, ਇਹ ਟੂਲ ਯੂਜ਼ ਕਰ ਰਿਹਾ। ਮਗਰ ਇਸ ਟੂਲ ਨੂੰ ਪ੍ਰੋਪਰ ਤਰੀਕੇ ਨਾਲ ਕਿਸ ਤਰ੍ਹਾਂ ਯੂਜ਼ ਕਰਨਾ, ਉਹਦੇ ਵਾਸਤੇ ਬੈਕਐਂਡ 'ਤੇ ਇਨਫੋਰਮੇਸ਼ਨ ਚਾਹੀਦੀ ਹੈ। ਅਸੀਂ ਇਹ ਟੂਲਸ ਦਾ ਇਸਤੇਮਾਲ ਨਹੀਂ ਕਰ ਰਹੇ, ਕਿਸੇ ਟੂਲ ਨੂੰ ਛੇੜਿਆ ਨਹੀਂ ਹੈਗਾ। ਆਪਣੇ ਕੰਮ ਨੂੰ ਕਿਸ ਤਰ੍ਹਾਂ ਸਟਾਰਟ ਕਰਨਾ ਤਾਂ ਕਿ ਮੈਂ ਸਿਰਫ ਟੂਲ 'ਤੇ ਨਾ ਖਪਦਾ ਰਹਾਂਗੇ। ਗ੍ਰਿਡ ਲਗਾ ਲਓ, ਲੈਵਲਸ ਲਗਾ ਲਓ, ਠੀਕ ਹੈ। ਤੁਹਾਨੂੰ ਪਤਾ ਹੋਵੇ ਕਿ ਅਸੀਂ ਇਸ ਗ੍ਰਿਡ ਨੂੰ ਕਿੱਥੇ ਲਗਾਉਣਾ ਹੈ, ਤਾਂ ਕਿ ਫਿਰ ਜਿਸ ਤਰ੍ਹਾਂ ਤੁਸੀਂ ਖੁਦ ਸੋਚੋ ਨਾ, ਫਿਰ ਤੁਹਾਨੂੰ ਇੱਕ ਸੀਕੁਐਂਸ ਦਾ ਪਤਾ ਹੋਵੇ, ਯਾਰ ਇਹ ਚੀਜ਼ ਪਹਿਲੇ ਮੈਂ ਪ੍ਰੀਪੇਅਰ ਕਰ ਲਵਾਂ। ਹੁਣ ਗ੍ਰਿਡ ਮੈਂ ਹੁਣ ਤੁਹਾਨੂੰ ਦੱਸਿਆ GR ਗ੍ਰਿਡ, ਤੁਸੀਂ ਉੱਪਰ ਕਲਿੱਕ ਕਰੋਗੇ ਤੁਹਾਨੂੰ ਸਮਝ ਲੱਗ ਗਈ ਹੈ। ਕਲਿੱਕ ਕਰੋਗੇ 2-3 ਵਾਰੀ ਗ੍ਰਿਡ ਲੱਗ ਜਾਣਗੀਆਂ, ਗ੍ਰਿਡ ਲਗਾਉਣੀਆਂ ਆ ਗਈਆਂ, ਠੀਕ ਹੈ ਜੀ। ਅੱਛਾ ਜੀ, ਹੁਣ ਗ੍ਰਿਡ ਨੂੰ ਕੀ ਕਰਨਾ ਜੀ, ਹੁਣ ਗ੍ਰਿਡ ਦਾ ਮੈਂ ਕਲਰ ਚੇਂਜ ਕਰ ਲੈਣਾ, ਐਲੋ ਜੀ, ਠੀਕ ਹੈ। ਇਹਦੇ ਕੋਲ ਡੁਪਲੀਕੇਟ ਕਰ ਲੈਣਾ, ਜੋ ਕਿ ਇਹਦੇ ਵਾਸਤੇ ਮਸਲਾ ਬਣਦਾ ਹੋਵੇ। ਮੈਂ ਕਹਿ ਦੇਣਾ ਜੀ RSG, ਐਲੋ ਜੀ, ਇਹ ਗ੍ਰਿਡ ਬਣ ਗਿਆ ਮੇਰਾ, ਲੋ ਜੀ, ਵਾਹ ਜੀ ਵਾਹ, ਠੀਕ ਹੈ। R ਆ ਗਿਆ, ਕਲਰ ਚੇਂਜ ਕਰ ਦਿਓ, ਲਾਲ ਕਰ ਦਿਓ, ਐਲ। ਮਤਲਬ ਇਹ ਜਿਹੜੀ ਚੀਜ਼ ਹੈ, ਇਹ ਚੀਜ਼ ਤੁਹਾਨੂੰ ਪਤਾ ਲੱਗ ਗਿਆ ਇੱਕ 5 ਮਿੰਟ ਦੀ ਵੀਡੀਓ ਵਿੱਚ, ਇਹ ਤੂੰ ਸਮਝ ਲਓਗੇ, ਤੂੰ ਹੋਰ ਸਮਝ ਲਓਗੇ। ਮਸਲਾ ਇਹ ਵੀ ਕਿ ਇਹਨਾਂ ਨੂੰ ਹੁਣ ਯੂਜ਼ ਕਿਸ ਤਰ੍ਹਾਂ ਕਰਨਾ ਹੋਵੇ। ਯੂਜ਼ ਕਰਨ ਵਾਸਤੇ ਕੋਈ ਡਾਟਾ ਬੈਕਐਂਡ 'ਤੇ ਚਾਹੀਦਾ ਹੋਵੇ, ਨੰਬਰ 1। ਉਸ ਡਾਟੇ ਦੀ ਵੀ ਸਮਝ ਆਉਣੀ ਚਾਹੀਦੀ ਹੈ, ਡਾਟਾ ਪੜ੍ਹਨਾ ਆਉਣਾ ਚਾਹੀਦਾ ਹੋਵੇ, ਉਹ ਡਾਟਾ ਕੀ ਕਹਿ ਰਿਹਾ ਹੈ, ਠੀਕ ਹੈ ਨਾ। ਉਹ ਡਾਟਾ ਪੜ੍ਹਨਾ ਆਉਣਾ ਚਾਹੀਦਾ ਹੋਵੇ ਕਿ ਉਹ ਡਾਟਾ ਕੀ ਕਹਿ ਰਿਹਾ ਹੈ। ਨੰਬਰ 3, ਇਹਨਾਂ ਟੂਲਸ ਦਾ ਵੀ ਪਤਾ ਹੋਣਾ ਚਾਹੀਦਾ ਹੋਵੇ ਐਡਵਾਂਸ ਲੈਵਲ 'ਤੇ, ਠੀਕ ਹੈ। ਨੰਬਰ 4, ਫਿਰ ਉਹਨਾਂ ਦੋਨਾਂ ਨੂੰ ਕੰਬਾਈਨ ਕਰਨਾ ਵੀ ਆਉਣਾ ਚਾਹੀਦਾ ਹੈ। ਫਿਰ ਜਾ ਕੇ ਬੰਦਾ ਇੰਨਾ ਕੰਪੀਟੈਂਟ ਹੁੰਦਾ ਹੈ ਕਿ ਕਿਤੇ ਉਹ ਐਜ਼ ਏ ਬਿਮ ਮਾਡਲਰ, ਠੀਕ ਜਾਵੇ, ਕੰਮ ਕਰੇ, ਤੇ ਸੈਲਰੀ 8,000 10,000 12,000 ਜੋ ਵੀ ਉਹਦੇ ਨਸੀਬਾਂ 'ਚ ਹੋਵੇਗਾ ਉਹਨੂੰ ਮਿਲੇਗਾ। ਇਹ ਸਾਰੀਆਂ ਚੀਜ਼ਾਂ ਲਿੰਕ ਨੇ। ਮਸਲਨ ਅਗਰ ਤੁਸੀਂ ਇਹਨੂੰ ਯੂਜ਼ ਕਰ ਲਿਆ ਹੋਵੇ ਤਾਂ ਤੁਹਾਨੂੰ ਡਰਾਇੰਗਾਂ ਪੜ੍ਹਨੀਆਂ ਨਹੀਂ ਆਉਂਦੀਆਂ ਹੋਈਆਂ, ਠੀਕ ਹੈ ਨਾ। ਤੁਹਾਨੂੰ ਇਹ ਮੁਸੀਬਤਾਂ ਸਮਝ ਨਹੀਂ ਆਉਂਦੀਆਂ, ਇਹ ਹੀ ਕਹਿ ਰਿਹਾ ਵੇ 1-1 ਕੀ ਵੇ, ऐसे लगे हुए 1-1 की है, 6 की नंबर की है, ਲੈਵਲਸ ਕੀ ਨੇ, ਰਾਫਟ, ਇਹ ਚੀਜ਼ਾਂ ਕੀ ਨੇ। ਮਸਲ ਤੁਸੀਂ ਸਮਝ ਲਓ ਕਿ ਇਹ ਮਾਡਲਿੰਗ ਦਾ ਹਿੱਸਾ ਨਹੀਂ ਹੈਗਾ, ਇਹ ਮਾਡਲਿੰਗ ਦੀ ਬੇਸ ਹੈ, ਇਤਨਾ ਹੀ ਹੋਣੀ ਹੈ। ਉਹਦੇ ਸੇ ਜਸਟ ਟੂਲਸ ਨੇ, ਉਹਦੇ ਟੂਲਸ ਨੇ। ਟੂਲਸ ਤੁਸੀਂ ਅਸੀਂ ਹੁਣ ਬੈਠਨੇ ਆ 2-3 ਘੰਟੇ 'ਚ ਮੈਂ ਹਰ 10 ਮਿੰਟ ਦੀ ਵੀਡੀਓ ਬਣਾਉਣਾ ਵਾ, ਠੀਕ ਹੈ। ਅਸੀਂ 50 ਟੂਲ ਡਿਸਕਸ ਕਰ ਲਾਂਗੇ, 50 ਟੂਲ ਵੀ ਤੁਹਾਨੂੰ ਰੈਵਿਟ ਦੇ ਆ ਜਾਣ, ਸਮਝ ਆ ਜਾਣ, ਤੁਸੀਂ ਆਪਣਾ ਅੱਛੀ ਖਾਸੀ ਸੈਲਰੀ ਲੈ ਸਕਦੇ ਹੋ। ਮਗਰ ਉਹ ਟੂਲ ਨੂੰ ਇਸਤੇਮਾਲ ਕਿੱਥੇ ਕਰਨਾ ਹੋਵੇ, ਇਹ ਤਾਂ ਅਸਲ ਮਸਲਾ। ਉਸ ਟੂਲਸ ਨੂੰ ਇੱਥੇ ਇਸਤੇਮਾਲ ਕਰਨਾ, ਇਹ ਚੀਜ਼ ਕੀ ਹੈ, ਇਹ ਤੁਸੀਂ ਨਹੀਂ ਬਣਾਈ ਹੋਣੀ,
ਇਹ ਤੁਹਾਨੂੰ ਪ੍ਰੋਜੈਕਟ ਦੇ ਵਿੱਚੋਂ ਮਿਲਣੀਆਂ ਨੇ। ਠੀਕ ਹੈ, ਪ੍ਰੋਜੈਕਟ ਨੇ ਇਸ ਬੰਦੇ ਨੇ ਦੇਣੀਆਂ ਨੇ, ਇਸ ਕੰਪਨੀ ਨੇ ਦੇਣੀਆਂ ਨੇ, ਆਲਰੇਡੀ ਤੇ ਬਣੀਆਂ ਪਈਆਂ ਹੋਣਗੀਆਂ। ਤੁਸੀਂ ਥੋੜ੍ਹਾ ਬਹੁਤਾ ਇਹਨੂੰ ਸੈੱਟ ਡਰਾਫਟ ਨੂੰ ਸੈੱਟ ਕਰਨਾ ਪੈਂਦਾ ਤੇ ਕਰੋਗੇ, ਵਰਨਾ ਮੋਸਟਲੀ ਚੀਜ਼ਾਂ ਬਣੀਆਂ ਹੋਣਗੀਆਂ। ਠੀਕ ਹੈ। ਨੰਬਰ 2, ਇਹਨਾਂ ਨੂੰ ਚੈੱਕ ਕਰਨਾ ਹੈ ਕਿ ਕਿਆ ਇਹ ਅਪਰੂਵ ਨੇ ਕਿ ਨਹੀਂ ਅਪਰੂਵ। ਠੀਕ ਹੈ। ਤੁਸੀਂ ਮਾਡਲਿੰਗ ਕਰਨੀ ਹੈ, ਤੁਸੀਂ ਇਹਨਾਂ ਨੂੰ ਚੈੱਕ ਕਰਨਾ, ਆਪਣੇ ਡਾਟੇ ਨੂੰ ਵੈਰੀਫਾਈ ਕਰਨਾ ਬਈ ਜਿਸ ਡਾਟੇ 'ਤੇ ਮੈਂ ਕੰਮ ਕਰ ਰਿਹਾ ਵਾਂ ਕਿਆ ਉਹ ਡਾਟਾ ਮੇਰਾ ਅਪਰੂਵਡ ਹੈ ਕਿ ਨਹੀਂ ਅਪਰੂਵਡ। ਠੀਕ ਹੈ। ਨੰਬਰ 2, ਕਿਆ ਇਹ ਜਿਸ ਡਰਾਇੰਗ 'ਤੇ ਮੈਂ ਕੰਮ ਕਰ ਰਿਹਾ ਇਹ ਸ਼ਬ ਡਰਾਇੰਗ ਹੈ ਕਿ IFC ਹੈ। ਕੀ ਕਹਿ ਰਿਹਾ ਵਾਂ, ਸ਼ਬ ਡਰਾਇੰਗ ਹੈ ਕਿ IFC ਹੈ। ਹੁਣ ਸ਼ਬ ਡਰਾਇੰਗ ਕੀ ਹੈ ਤੇ IFC ਕੀ ਹੈ। IFC ਉਹ ਡਾਟਾ ਵਾ ਜਿਹੜਾ ਇਸ਼ੂ ਫਾਰ ਕੰਸਟਰਕਸ਼ਨ, ਯਾਨੀ ਮਸਲਨ ਤੁਸੀਂ ਮਾਡਲਿੰਗ ਵਾਸਤੇ ਕਿਤੇ ਜਾਂਦੇ ਹੋ, ਤੁਹਾਨੂੰ ਉਹ ਕੰਪਨੀ ਹਾਇਰ ਕਰਦੀ ਹੈ ਵੀ ਸਾਨੂੰ ਬਿਮ ਮਾਡਲਰ ਚਾਹੀਦਾ ਵਾ। ਠੀਕ ਹੈ, ਬਿਮ ਮਾਡਲਰ ਚਾਹੀਦਾ। ਠੀਕ ਹੈ ਸਰ, ਬਿਮ ਮਾਡਲਰ ਚਾਹੀਦਾ ਵੇ। ਕੀ ਸਕੋਪ ਆਫ ਵਰਕ ਕੀ ਹੈ, ਸਟਰਕਚਰ ਦਾ। ਕਿਸ LOD ਤੇ ਕੰਮ ਕਰਨਾ ਹੈ, ਲੈਵਲ ਆਫ ਡਿਵੈਲਪਮੈਂਟ ਕੀ ਹੈਗਾ, 4D ਹੈ, 3D ਹੈ, 5D ਹੈ, ਕੀ ਹੈ। ਸਮਝ ਆ ਰਹੀ ਗੱਲ ਦੀ। ਪਤਾ ਹੋਣਾ ਚਾਹੀਦਾ ਹੈ ਕਿ ਮੈਂ ਬਈ ਅਗਰ LOD 400 ਤੇ ਕੰਮ ਕਰਨਾ ਹੈ तो पता होगा कि LOD 400 की है। अगर LOD 300 335 350 है 500 है, की मतलब है तेन कहना जी LOD 400 से काम करना, तेन समझ जाना चाहिए भाई ये मैं मॉडलिंग करनी है, कुछ डाटा पहला मौजूद है, कैट दी ड्राइंगा मौजूद है, स्ट्रक्चर दी स्टील दी ड्राइंगा मौजूद है, मैं मॉडलिंग करनी है। पंजाबी समझाना इस तरीके की मॉडलिंग करनी है कि बीम के विचों सरिया भी नज़र आना। पंजाबी समझा रहे हैं कि बीम के विचों सरिये भी नज़र आने, कितने सरिये ने। LOD 400 का मतलब है। हाँ जी, LOD 300 से काम करना है। हाँ, इन्होंने सिर्फ खाली ना मॉडल बना के दे देना। ठीक है, करूँगा जहाँ काम चुना गल खत्म। LOD 500 है। LOD 500 का की मतलब है, इसका मतलब है कि IFC तो मॉडलिंग हो चुकी हुई है, मॉडल पास हो चुके हैं, मॉडल एग्जीक्यूट हो चुके हैं, साइड का काम हो चुका। हम साइड तो एज बर्ड लाए ने उन्हें जो यानी एक पहले ऐसी कंपनी ने कहा जी यह मॉडल सी आ वाला, यह मॉडल है। कंपनी ने काम शम किया, मॉडलर ने काम किया, ड्राइंग सबमिट हुई, रिव्यू हुई, पास हुई, एग्जीक्यूट काम हो गया साइड के उत्ते। जब साइड से काम हो गया हम कुछ रेड लाइन ड्राइंगा बनिया, कुछ होर प्रॉब्लम आई, मॉडिफिकेशन साइड पर हो गई, उन्होंने कहा जी साइड तो एज बर्ड चुक के इन्होंने सबमिट कराओ, जिन्होंने असीं कहते हैं रेड लाइन, रेड मार्कअप। यानी तुसीं ड्राइंग भी सबमिट कराओगे उत्ते मॉडल भी सबमिट कराओ। इसका मतलब की होना है LOD 500 का मतलब है भाई अब पिछले सारे स्टैप हो चुके हैं, हूँ काम है कि यह चीज़ सी पास हुई है तो यह साइड से एग्जीक्यूट हुई है। दोनों को कंपेयर करके मॉडल असीं साइड से देना ने, मगर नाल कंपैरिजन दी डिटेलां दसणियां ने भाई यह मॉडल सी, यह विंडो सी, यह खिड़की सी, यह बगी पाथ सी, यह रूट सी, यह लेवल सी, यह असीं एग्जीक्यूट होया। LOD 500 का जो मॉडलर है उसकी सैलरी कुछ होर होगी, उसकी सैलरी 20,000 रियाल होनी है, 18,000 रियाल होनी है, क्योंकि उन्हें एज बर्ड ड्राइंगा ही बनानियां ने। पहले ड्राइंगा बनावेगा तो फिर ही मॉडलिंग करेगा ना। मसलन जी कंपनी हायर कर रही है वो एक्सपर्ट बंदे को हायर कर रही है, वो लफ्ज़ की यूज़ कर रही है LOD 500 मुदस्सर नूं, एहसन नूं, शहरियार नूं, नवाज नूं, खालिद नूं, तबस्सम नूं पता होगा कि LOD 500 का की मतलब है। LOD 500 का मतलब ये नहीं है कि बस जाके मैं ग्रेड ला के लैवल ला, नहीं, उसे पहले जाके रेड लाइन ड्राइंगा स्टडी करना भाई, IFC स्टडी करना है। सर जी ए IFC सी, ठीक है, ए एग्जीक्यूट हो गई है, जी एग्जीक्यूट हो गई है क्या अप्रूवड हो गई है, नहीं होगी, क्यों रोले पैने रेड लाइन ड्राइंगा दो, रेड लाइन ड्राइंगा दो, रेड लाइन ड्राइंगा दो, मसले बने नहीं है। वो रेड लाइन ड्राइंगा ने कन्वर्ट होना कि मॉडलिंग के, ठीक है। ऐसा रेड लाइन ड्राइंग बनेगी, ड्राइंग सबमिट की है, कंसल्टेंट कहते नहीं भाई मैंने इस तरह चाहिए, इन्होंने प्रॉपर फॉन्ट दो, प्रॉपर टैग दो, हर चीज़ वर्किंग बढ़ गई। हाल रैबिट की मॉडलिंग स्टार्ट नहीं हुई, ठीक है। काम कितने कर रहे हैं LOD 500 है, ठीक है जी। फिर ड्राइंग रिव्यू हुई, प्रॉपर ड्राइंग शीटा बना के देती, हाँ जी लो जी ए बगी पास प्लाट वन सारे अप्रूवड हो गए, ठीक है सर। ए चले कितने
ਮਾਡਲਿੰਗ ਦੇ ਵਿੱਚ। ਠੀਕ ਹੈ, ਹੁਣ ਇੱਥੇ ਦੋ ਕਨਸੈਪਟ ਕਲੀਅਰ ਕਰਨੇ ਨੇ। ਇੱਥੇ ਤੁਸੀਂ ਜੋਬ ਵਾਸਤੇ ਗਏ ਹੋ ਕਿੱਥੇ, LOD 500 ਵਾਸਤੇ, ਹੋ ਸਕਦਾ ਤੁਹਾਨੂੰ 18,000 ਰਿਆਲ ਤਨਖਾਹ ਦੇ ਰਹੇ ਨੇ, 15,000 ਰਿਆਲ ਤਨਖਾਹ ਦੇ ਰਹੇ ਨੇ। ਹੁਣ ਤੁਸੀਂ ਪਹਿਲਾਂ ਤੁਹਾਨੂੰ ਪਤਾ ਕਿ ਮੈਂ ਇਹ ਕੰਮ ਕਰਨਾ, ਹੁਣ ਇਹ ਜਿਹੜਾ ਕੰਮ ਕਿਹਦੇ 'ਚ ਹੋਣਾ ਵਾ, ਸਿਵਲ 3D ਦੇ ਵਿੱਚ, ਐਸ ਬਿਲਡ ਪਾਣੇ ਨੇ। ਠੀਕ ਹੈ ਨਾ, ਹੁਣ ਇੱਥੇ ਹੋ ਸਕਦਾ ਵੀ ਤੁਹਾਨੂੰ ਤਨਖਾਹ ਦਿੰਦੇ ਨੇ ਉਹ ਇਹਨਾਂ ਜੀ 8,000 ਰਿਆਲ ਤਨਖਾਹ ਦੇਣਗੇ। ਤੁਹਾਡੇ ਜ਼ਿਹਨ 'ਚ ਇਹ ਚੀਜ਼ ਹੋਣੀ ਚਾਹੀਦੀ ਹੈ ਬਈ ਇਹ ਤਨਖਾਹ 8,000 ਦੇਣ ਡਿਆ, ਇਹਦਾ ਮਤਲਬ ਇੱਥੇ ਬੰਦੇ ਹੋਰ ਵੀ ਹੈ ਨੇ, ਮੈਂ ਇਕੱਲੇ ਨੇ ਕੰਮ ਨਹੀਂ ਕਰਨਾ, ਮੇਰੇ ਕੋ LOD 500 ਦਾ ਕੁਝ ਹਿੱਸਾ ਆਣਾ ਹੈ। ਇਹ ਚੀਜ਼ਾਂ ਇਹ ਸਵਾਲ ਦੱਸਦੇ ਨੇ, ਇਹਦਾ ਕੋਈ ਮੈਂ ਨਹੀਂ ਹੁੰਦਾ। ਅਗਰ 18,000 ਰੁਪਏ ਦੇ ਪੈਕੇਜ ਤਾਂ ਫਿਰ ਸਮਝੋ ਕਿ ਮੌਤ ਹੈ। ਮੌਤ ਕਿਹਦੀ ਹੈ, ਤੁਹਾਡੇ ਇਕੱਲੇ ਦੀ। ਮੇਰੀ ਗੱਲ ਸਮਝ ਆ ਰਹੀ ਹੈ? ਪੰਜਾਬੀ ਤਾਂ ਸਮਝਾ ਰਿਹਾ ਵਾਂ ਤਾਂ ਕਿ ਤੈਨੂੰ ਇੱਕ ਆਈਡੀਆ ਹੋਵੇ, ਤੈਨੂੰ ਕਨਸੈਪਟ ਪਤਾ ਚੱਲ ਜਾਏ ਕਿ ਮੈਂ ਹੁਣ ਕਰਨਾ ਕੀ ਹੈ। ਠੀਕ ਹੈ, LOD 500, LOD 400, LOD 300 ਲੈਵਲ ਆਫ ਡਿਵੈਲਪਮੈਂਟ। ਠੀਕ ਹੈ, ਹੁਣ ਸਿਵਲ 3D ਦਾ ਇਹਦੇ 'ਚ ਕੋਈ ਰੋਲ ਨਹੀਂ ਹੈਗਾ ਸਟਰਕਚਰ ਦੀ ਮਾਡਲਿੰਗ ਵਿੱਚ। ਠੀਕ ਹੈ ਨਾ, ਅਸੀਂ ਜਨਾਬੇ ਲਈ ਆ ਜਾਂਦੇ ਹਾਂ ਆਪਣੇ। ਹੁਣ ਤੂੰ ਆਈਡੀਆ ਲਗਾ ਸਕਦਾ ਕਿ ਤੈਨੂੰ ਮਾਡਲਿੰਗ ਤੋਂ ਪਹਿਲਾਂ ਕਿਸ ਚੀਜ਼ 'ਤੇ ਫੋਕਸ ਕਰਨਾ ਚਾਹੀਦਾ ਹੈ। PDF ਦੇ ਉੱਪਰ ਤੈਨੂੰ ਸਟਰਕਚਰ ਪਲਾਨ ਪੜ੍ਹਨੇ ਆਉਣੇ ਚਾਹੀਦੇ ਨੇ, ਤੈਨੂੰ ਸਟੀਲ ਦੀ ਡਿਟੇਲ ਪੜ੍ਹਨੀ ਆਉਣੀ ਚਾਹੀਦੀ ਹੈ। ਕਾਲਮ 'ਚ ਅਗਰ ਸਟੀਲ ਹੈ, ਠੀਕ ਹੈ, ਟੌਪ ਰੀਇਨਫੋਰਸਮੈਂਟ ਕੀ ਹੈ, ਬਾਟਮ ਰੀਇਨਫੋਰਸਮੈਂਟ ਕੀ ਹੈ, ਉਹਦਾ ਡਾਇਆ ਕੀ ਹੈ, ਸਾਈਜ਼ ਕੀ ਹੈ, ਜਨਰਲ ਨੋਟਸ ਕੀ ਨੇ, ਮੈਂ ਕਾਲਮ ਵਾਸਤੇ ਕਿੰਨਾ ਕਵਰ ਦੇਣਾ ਹੈ, ਸਲੈਬ ਵਾਸਤੇ ਕਿੰਨਾ ਕਵਰ ਹੈ, बीम वास्ते कितना कवर है, फाउंडेशन वास्ते कितना कवर है, अगर ड्रॉप बीम है ਉਹਦੇ वास्ते कितना कवर है, कैंटिलीवर स्लैब है, कैंटिलीवर कॉलम है, कैंटिलीवर सॉरी वो बीम है, कोई भी चीज़ है कैंटिलीवर का लफ्ज़ की है, रीइंफोर्समेंट की है, टॉप रीइंफोर्समेंट, टॉप मैश, बॉटम मैश, ठीक है, फिट रहेगा। मसलन हूँ लफज असं तो गए जी मॉडलिंग वास्ते, हूँ मॉडलिंग के जिस तरह रैबिट वास्ते जाना मैं ਤੁਹਾਡੇ ਕੋਲ ਸਟਾर्ट ਦੇ ਵਿੱਚ ਨਹੀਂ ਦੇਣਾ, ਉਹਨਾਂ ਨੇ ਇੰਟਰਵਿਊ ਲੈਣਾ, ਇੰਟਰਵਿਊ ਪੁੱਛਣਾ ਹमें स्ट्रक्चर के बारे ਤੁਹਾਨੂੰ ਕੀ ਪਤਾ ਹੈ, कंप्रेशन स्ट्रेंथ, मटीरियल स्ट्रेंथ, कंक्रीट, एक ये चीज़ां ने यूज़ नहीं करनी विम च, मगर एक ठीक है ਇਹਦੇ परेशान होने की जरूरत नहीं है, चीज़ां थोड़ी जी मुश्किल है लेकिन नामुमकिन नहीं है, ਜਿਹੜੇ ਬੰਦੇ ਕਰ ਰਹੇ ਨੇ ਕੰਮ ਉਹ ਵੀ ਕੋਈ ਸਮਾਨਾ ਤਾਂ ਨਹੀਂ ਆਏ ਇਸ ਤਰ੍ਹਾਂ ਹੀ ਨੇ। ਠੀਕ ਹੈ, ਤੁਸੀਂ ਇੱਕ ਪ੍ਰੋਜੈਕਟ ਦਾ ਜਿਹੜਾ ਤੁਹਾਨੂੰ ਮੈਂ ਦਿੰਦਾ ਵਾ, ਤੁਸੀਂ ਉਹਨੂੰ ਵੇਖੋ ਸਮਝੋ, ਠੀਕ ਹੈ, ਫਿਰ ਅਸੀਂ ਅੱਗੇ ਆਹਿਸਤਾ ਆਹਿਸਤਾ ਚੱਲਦੇ ਹਾਂ। ਅਸੀਂ ਡਰਾਇੰਗਾਂ ਨੂੰ ਵੀ ਪੜ੍ਹਨਾ ਵੇ, ਸਟੀਲ ਸਟਰਕਚਰ ਦੀ ਡਿਟੇਲ ਵੀ ਸਮਝਣੀ ਹੈ, ਅਸੀਂ ਕਾਲਮ ਨੂੰ ਵੀ ਸਮਝਣਾ ਵੇ, ਅਸੀਂ ਰੈਵਿਟ ਦੇ ਟੂਲ ਨੂੰ ਵੀ ਸਮਝਣਾ ਵੇ, ਫਿਰ ਤੁਹਾਨੂੰ ਚੀਜ਼ਾਂ ਜਿਸ ਤਰ੍ਹਾਂ ਲਿੰਕ ਹੋਣਗੀਆਂ ਨਾ, ਫਿਰ ਤੁਹਾਨੂੰ ਪਤਾ ਚੱਲੇਗਾ ਹਾਂ ਬਈ ਹੁਣ ਮੈਂ ਇਹ ਕੰਮ ਇਸ ਤਰ੍ਹਾਂ ਕਰਨਾ ਵੇ। ਮਿਸਾਲ ਦੇ ਤੌਰ 'ਤੇ ਅਸੀਂ ਦੇਖੋ ਇਹ ਗ੍ਰਿਡ ਨੇ, ਇਹ ਗ੍ਰਿਡ ਲੱਗੇ ਹੋਏ ਨੇ ਉੱਪਰ ਵਾਲ 1A। ਹੁਣ ਇਸ ਪਲਾਨ ਨੂੰ ਐਗਜ਼ੀਕਿਊਟ ਕਰਨ ਵਾਸਤੇ ਇਹ ਗ੍ਰਿਡ ਪਲਾਨ ਬਣਾਉਣਾ ਪਵੇਗਾ 1 2 3 4 5 6 7 8 9 10 11 10। फर्स्ट ग्रेड कितना में 4 मीटर 75, दूसरा ग्रेड कितना में 1625 2825 रैबिट वास्ते। फिर यह टूल यूज़ होएगा वाला ग्रिड लगाई जाओ, कोई लगाई जाओ भाई साइज जिन्हें मैंने लगा लो, वो भी मसला है। मसला है कि टू एच साउंड टूल का पता लग गया, इतों इन्फॉर्मेशन आ गई साढ़े को, ਹੁਣ ਉਹ ਟੂਲ ਯੂਜ਼ ਹੋਏਗਾ, ਹੁਣ ਉਹ ਟੂਲ ਯੂਜ਼ ਕਰਨ ਦੀ ਸੈਲਰੀ ਮਿਲੇਗੀ। ਠੀਕ ਹੈ, ਇਹ ਜਿਹੜਾ ਗ੍ਰਿਡ ਵੇ ਇਹ ਹੋਰੀਜ਼ੋਨਟਲ ਪਲੇਨ, ਠੀਕ ਹੈ, ਲੈਵਲਸ ਕੀ ਨੇ, ਹਾਂਜੀ ਦੇਖੋ ਜਰਾ ਹੁਣ ਲੈਵਲ ਨੂੰ ਸਮਝਣ ਵਾਸਤੇ ਨਾ, ਠੀਕ ਹੈ, ਤੁਹਾਨੂੰ ਇੱਕ ਚੀਜ਼ ਸਮਝਣੀ ਚਾਹੀ ਪਵੇਗੀ ਕਿ ਹਮੇਸ਼ਾ ਲੈਵਲ ਜਿਹੜਾ ਤੁਹਾਡੇ ਕੋਲ ਜਿਹੜੀ ਬਿਲਡਿੰਗ ਦੀ ਐਲੀਵੇਸ਼ਨ ਹੁੰਦੀ ਹੈ ਨਾ, ਐਲੀਵੇਸ਼ਨ, ठीक है, एलिवेशन का पता होना चाहिए सेक्शन की चीज़ है,
ठीक है, ये ਅਸੀਂ ਨੈਕਸਟ ਵੀਡੀਓ 'ਚ ਡਿਸਕਸ ਕਰਨੇ ਆ। ਇਹ ਵਾਸਤੇ ਇਤਨਾ ਹੀ ਬਹੁਤ। ਓਕੇ, ਅੱਲਾ ਹਾਫਿਜ਼।